मैं इस पेपर ਦੇ ਵਿੱਚ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੇ ਸਿੱਖ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਡਿਸਕਸ ਕਰਾਂਗੀ। ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਸਿੱਖ ਜਗਤ ਵਿੱਚ ਨਿਰਮਲੇ ਵਿਦਵਾਨ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੇ ਸਿੱਖ ਸਾਹਿਤ ਵਿਸ਼ੇਸ਼ ਕਰਕੇ ਨਿਰਮਲ ਸਾਹਿਤ ਵਿੱਚ ਆਪਣੀਆਂ ਬਹੁਮੁੱਲੀਆਂ ਰਚਨਾਵਾਂ ਦੁਆਰਾ ਯੋਗਦਾਨ ਪਾਇਆ। ਉਹਨਾਂ ਨੇ ਨਿਰਮਲ ਭੇਖ ਦਾ ਡੂੰਘਾ ਅਧਿਐਨ ਕੀਤਾ ਅਤੇ ਨਿਰਮਲ ਸੰਪਰਦਾਇ ਦਾ ਇਤਿਹਾਸ ਲਿਖ ਕੇ ਸਿੱਖ ਸਾਹਿਤ ਨੂੰ ਅਮੀਰ ਕੀਤਾ। ਗਿਆਨੀ ਜੀ ਦਾ ਜੀਵਨ ਸਾਹਿਤਕ ਸੇਵਾ ਨੂੰ ਸਮਰਪਿਤ ਸੀ ਅਤੇ ਉਹ ਆਪਣੀ ਜ਼ਿੰਦਗੀ ਦੇ ਲਗਭਗ 8 ਦਹਾਕੇ ਅਧਿਐਨ ਦੇ ਖੇਤਰ ਨਾਲ ਜੁੜੇ ਰਹੇ। ਉਹਨਾਂ ਦਾ ਅਧਿਐਨ ਖੇਤਰ ਧਰਮ, ਇਤਿਹਾਸ, ਦਰਸ਼ਨ, ਵਿਦਾਂਤ, ਕਾਵਿ ਅਤੇ ਸਾਹਿਤ ਸੀ। ਹਥਲੇ ਪਰਚੇ ਵਿੱਚ ਗਿਆਨੀ ਬਲਵੰਤ ਸਿੰਘ ਦੇ ਸਿੱਖ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ ਜਾਵੇਗਾ। ਮੈਂ ਆਪਣੇ ਪੇਪਰ ਨੂੰ 3 ਭਾਗਾਂ ਦੇ ਵਿੱਚ ਵੰਡਿਆ। ਪਹਿਲਾ ਜੀਵਨ ਤੇ ਸ਼ਖਸੀਅਤ, ਦੂਜਾ ਰਚਨਾਵਾਂ ਤੇ ਤੀਜਾ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦਾ ਸਿੱਖ ਸਾਹਿਤ ਵਿੱਚ ਕੀ ਸਥਾਨ ਹੈ। ਪਹਿਲਾ ਜੀਵਨ ਤੇ ਸ਼ਖਸੀਅਤ। ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦਾ ਜਨਮ ਇਤਿਹਾਸਿਕ ਪਿੰਡ ਕੋਠਾ ਗੁਰੂ ਵਿੱਚ 25 ਜੂਨ 1933 ਈਸਵੀ ਨੂੰ ਸਰਦਾਰ ਬੁੱਗਾ ਸਿੰਘ ਮਾਨ ਦੇ ਘਰ ਮਾਤਾ ਵੀਰ ਕੌਰ ਦੀ ਕੁੱਖੋਂ ਹੋਇਆ। ਗਿਆਨੀ ਜੀ ਦੇ ਪਿਤਾ ਸਰਦਾਰ ਬੁੱਗਾ ਸਿੰਘ ਪਹਿਲਵਾਨ ਸਨ। ਉਹਨਾਂ ਨੇ ਸੌਂਚੀ ਪੱਕੀ ਦੀ ਖੇਡ ਵਿੱਚ ਮੁਹਾਰਤ ਹਾਸਲ ਕੀਤੀ। ਸਰਦਾਰ ਬੁੱਗਾ ਸਿੰਘ ਗਿਆਨੀ ਜੀ ਦੇ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ, ਜਿਸ ਕਾਰਨ ਗਿਆਨੀ ਜੀ ਦੀ ਮਾਤਾ ਨੇ ਆਪਣੇ ਭਰਾ ਸਰਦਾਰ ਕਰਮ ਸਿੰਘ ਗਿਆਨੀ ਜੀ ਦੇ ਮਾਮਾ ਜੀ ਨੂੰ ਪਿੰਡ ਕੋਠਾ ਗੁਰੂ ਸੱਦ ਲਿਆ, ਜੋ ਗਿਆਨੀ ਜੀ ਦੇ ਜਵਾਨ ਹੋਣ ਤੱਕ ਕੋਠਾ ਗੁਰੂ ਹੀ ਰਹੇ। ਸਰਦਾਰ ਕਰਮ ਸਿੰਘ ਗੁਰਸਿੱਖ ਸਨ। ਗਿਆਨੀ ਜੀ ਦੇ ਮਾਤਾ ਜੀ ਵੀ ਧਾਰਮਿਕ ਖਿਆਲਾਂ ਵਾਲੇ ਸਨ। ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਤੇ ਗੁਰਬਾਣੀ ਪੜ੍ਹਦੇ, ਜਿਸ ਦਾ ਪ੍ਰਭਾਵ ਗਿਆਨੀ ਜੀ ਦੀ ਸ਼ਖਸੀਅਤ ਤੇ ਵੀ ਪਿਆ। ਗਿਆਨੀ ਜੀ ਇਤਿਹਾਸਿਕ ਵੰਸ਼ ਨਾਲ ਸੰਬੰਧ ਰੱਖਦੇ ਸਨ। ਉਹਨਾਂ ਦੇ ਪੁਰਖੇ ਮਾਨ ਗੋਤ ਦੇ ਇੱਕ ਬਜ਼ੁਰਗ ਬਾਬਾ ਖੁਮਾਰੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਸਿੱਖੀ ਧਾਰਨ ਕੀਤੀ। ਗਿਆਨੀ ਜੀ ਬਾਬਾ ਖੁਮਾਰੀ ਦੀ 11ਵੀਂ ਵੰਸ਼ ਸਨ। ਇਸ ਤਰ੍ਹਾਂ ਸਿੱਖੀ ਗਿਆਨੀ ਜੀ ਨੂੰ ਵਿਰਸੇ ਵਿੱਚ ਹੀ ਪ੍ਰਾਪਤ ਹੋਈ। ਗਿਆਨੀ ਜੀ ਰਸਮੀ ਸਿੱਖਿਆ ਪੱਖੋਂ ਲਗਭਗ ਕੋਰੇ ਰਹੇ। ਉਹਨਾਂ ਨੇ ਉਦਾਸੀ ਅਤੇ ਨਿਰਮਲੇ ਸੰਤਾਂ ਦੇ ਡੇਰਿਆਂ ਵਿੱਚੋਂ ਵਿੱਦਿਆ ਪ੍ਰਾਪਤ ਕੀਤੀ। ਗਿਆਨੀ ਜੀ ਨੇ ਪਿੰਡ ਕੋਠਾ ਗੁਰੂ ਵਿੱਚ ਡੇਰਾ ਬਣਾਵਾਲਾ ਵਿੱਚ ਸੰਤ ਬੈਰਾਗਪੁਰੀ ਜੀ ਕੋਲੋਂ ਪੌਰਾਣਿਕ ਹਿੰਦੀ ਸਾਹਿਤ ਦਾ ਅਧਿਐਨ ਕੀਤਾ। ਇੱਥੇ ਹੀ ਭਗਤ ਕਾਕੂ ਜੀ ਕੋਲੋਂ ਗੁਰਮੁਖੀ ਅਤੇ ਗੁਰਬਾਣੀ ਸਿੱਖੀ। ਉਦਾਸੀਨ ਸੰਪਰਦਾਇ ਦੇ ਡੇਰੇ ਵਿੱਚ ਸੰਤ ਧਰਮਦਾਸ ਜੀ ਪਾਸੋਂ ਬ੍ਰਜ ਭਾਸ਼ਾ ਦੇ ਗ੍ਰੰਥ ਪੜ੍ਹੇ। ਗਿਆਨੀ ਜੀ ਨੇ ਪਿੰਗਲ ਦੀ ਵਿੱਦਿਆ ਸੰਤ ਸ਼ੁੱਧ ਪ੍ਰਕਾਸ਼ ਪਾਸੋਂ ਹਾਸਲ ਕੀਤੀ। ਉਹਨਾਂ ਨੇ 14 ਸਾਲ ਦੀ ਉਮਰ ਵਿੱਚ ਪਹਿਲੀ ਕਵਿਤਾ ਸਿੰਘ ਨੂੰ ਹਲੂਣਾ ਲਿਖੀ, ਜੋ ਨਿਹੰਗ ਸਿੰਘ ਸੰਦੇਸ਼ ਪੱਤਰਿਕਾ ਵਿੱਚ ਛਪੀ ਹੈ। 1953 ਵਿੱਚ ਧਾਰਮਿਕ ਮਹਾਵਿਦਿਆਲਿਆ ਅਮਰਗੜ੍ਹ ਤੋਂ ਗਿਆਨੀ ਕੀਤੀ। ਦਸਮ ਬਾਣੀ ਦਾ ਅਰਥ ਬੋਧ ਬਾਬੂ ਚੰਦਾ ਸਿੰਘ ਪਾਸੋਂ ਪੜ੍ਹਿਆ। ਬਾਬੂ ਚੰਦਾ ਸਿੰਘ ਨੇ ਬਾਬੂ ਤੇਜਾ ਸਿੰਘ ਤੋਂ ਬਾਅਦ ਪੰਚਖੰਡ ਖਾਲਸਾ ਦੀਵਾਨ ਦੀ ਸੇਵਾ ਕੀਤੀ। ਗਿਆਨੀ ਜੀ 20-25 ਸਾਲ ਬਾਬੂ ਚੰਦਾ ਸਿੰਘ ਜੀ ਦੇ ਸੰਪਰਕ ਵਿੱਚ ਰਹੇ। ਮੂੰਗਾ ਮਸਤੂਆਣਾ ਤਲਵੰਡੀ ਸਾਬੋ ਵਿਖੇ ਗਿਆਨੀ ਜੀ ਦੇ ਵਿਦਿਆ ਗੁਰੂ ਗਿਆਨੀ ਚੰਨਣ ਸਿੰਘ ਗੁਰਨੇ ਕਲਾਂਵਾਲੇ ਅਤੇ ਪੰਡਿਤ ਕਰਤਾਰ ਸਿੰਘ ਦਾਖਾ ਸਨ। ਗਿਆਨੀ ਜੀ ਨੇ ਪੰਡਿਤ ਕਰਤਾਰ ਸਿੰਘ ਦਾਖਾ ਕੋਲੋਂ ਸੰਸਕ੍ਰਿਤ ਸਿੱਖੀ। ਗਿਆਨੀ ਜੀ ਨੇ 1966 ਈਸਵੀ ਵਿੱਚ ਗਿਆਨੀ ਦੀ ਪ੍ਰੀਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰ ਵਿਹਾਰ ਰਾਹੀਂ ਪਾਸ ਕੀਤੀ। ਕਾਸ਼ੀ ਸੰਸਕ੍ਰਿਤ ਮਹਾਵਿਦਿਆਲਿਆ ਲਾਹੌਰੀ ਟੋਲਾ ਬਨਾਰਸ ਵਿਖੇ ਸੰਤ ਗੁਰਦੀਪ ਸਿੰਘ ਕੇਸਰੀ ਕੋਲ ਵੀ ਪੜ੍ਹਦੇ ਰਹੇ। ਗਿਆਨੀ ਜੀ ਹਿੰਦੀ, ਸੰਸਕ੍ਰਿਤ, ਗੁਰਮੁਖੀ, ਬ੍ਰਜ ਭਾਸ਼ਾ ਤੇ ਉਰਦੂ ਦੇ ਗਿਆਤਾ ਸਨ। ਆਪ ਨੇ ਭਾਈ ਜਵਾਹਰ ਸਿੰਘ ਪਾਸੋਂ ਕੀਰਤਨ ਵੀ ਸਿੱਖਿਆ। ਇਸ ਤਰ੍ਹਾਂ ਗਿਆਨੀ ਜੀ ਨੇ ਉਦਾਸੀ ਅਤੇ ਨਿਰਮਲੇ ਸੰਤਾਂ ਦੇ ਡੇਰਿਆਂ ਤੋਂ ਵਿੱਦਿਆ ਪ੍ਰਾਪਤ ਕੀਤੀ। ਗਿਆਨੀ ਜੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਦਾ ਜੀਵਨ ਜਿੱਥੇ ਸਾਹਿਤਕ ਸੇਵਾ ਨੂੰ ਸਮਰਪਿਤ ਸੀ, ਉੱਥੇ ਉਹ ਆਪਣੇ ਸਰਪੰਚੀ ਦੇ ਕਾਰਜਕਾਲ ਦੌਰਾਨ ਸਮਾਜਿਕ ਸੇਵਾ ਵੀ ਕਰਦੇ ਰਹੇ। ਉਹ ਨਿਮਰ ਸੁਭਾਅ ਵਾਲੇ ਸਾਧੂ ਵਿਦਵਾਨ ਸਨ। ਉਹਨਾਂ ਦੀ ਰਹਿਣੀ ਬਹਿਣੀ ਗੁਰਮਤਿ ਅਨੁਸਾਰੀ ਸੀ। ਗਿਆਨੀ ਜੀ ਦੇ ਜੀਵਨ ਦਾ ਉਦੇਸ਼ ਸਿੱਖ ਪੰਥ ਦੀ ਸੇਵਾ ਕਰਨਾ ਸੀ। ਨਿਰਮਲ ਸੰਪਰਦਾਇ ਦਾ ਇਤਿਹਾਸ ਲਿਖਣ ਪਿੱਛੇ ਕਈ ਵਰ੍ਹਿਆਂ ਦੀ ਅਣਥੱਕ ਮਿਹਨਤ ਅਤੇ ਨਿਸ਼ਕਾਮ ਕਾਲ ਦੀ ਭਾਵਨਾ ਕਿਰਿਆਸ਼ੀਲ ਸੀ। ਇਸ ਕਾਲ ਪਿੱਛੇ ਨਿਸ਼ਕਾਮ ਸਿੱਖੀ ਹਿਰਦਾ ਧੜਕ ਰਿਹਾ ਸੀ। ਉਹਨਾਂ ਨੂੰ ਨਾਮਣਾ ਖੱਟਣ ਜਾਂ ਮਾਇਕ ਪ੍ਰਾਪਤੀ ਦੀ ਕੋਈ ਲਾਲਸਾ ਨਹੀਂ ਸੀ। ਸਾਹਿਤਕ ਕਾਰਜ ਦੌਰਾਨ ਆਈਆਂ ਔਕੜਾਂ ਦਾ ਸਾਹਮਣਾ ਦ੍ਰਿੜਤਾ ਨਾਲ ਕਰਦੇ ਹੋਏ ਸਾਹਿਤਕ ਕਾਰਜਾਂ ਵਿੱਚ ਜੁਟੇ ਰਹੇ। ਆਪ ਕਥਾ ਵੀ ਕਰ ਲੈਂਦੇ ਸਨ। ਗੁਰਮਤਿ ਪ੍ਰਚਾਰ ਲਈ ਵੱਖ-ਵੱਖ ਡੇਰਿਆਂ ਵਿੱਚ ਵਿਸ਼ੇਸ਼ ਪਰਬਾਂ ਤੇ ਕਥਾ ਕਰਨ ਜਾਂਦੇ। ਗਿਆਨੀ ਜੀ ਨੂੰ ਉਹਨਾਂ ਦੁਆਰਾ ਕੀਤੇ ਸਾਹਿਤਕ ਕਾਰਜਾਂ ਲਈ ਅਨੇਕਾਂ ਮਾਨ ਸਨਮਾਨ ਵੀ ਪ੍ਰਾਪਤ ਹੋਏ, ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿਲਵਰ ਜੁਬਲੀ ਅਤੇ ਪੰਜਾਬੀ ਕਾਨਫਰੰਸ ਸਮੇਂ 30 ਅਪ੍ਰੈਲ 2012 ਈਸਵੀ ਨੂੰ ਟਕਸਾਲੀ ਵਿਦਵਾਨ ਦਾ ਖਿਤਾਬ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਪ੍ਰਸ਼ੰਸਾ ਪੱਤਰ ਤੇ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਗਿਆਨੀ ਜੀ ਨੂੰ ਸਾਹਿਤਕ, ਸੱਭਿਆਚਾਰਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੱਖ-ਵੱਖ ਸਮਿਆਂ ਤੇ ਸਨਮਾਨਿਤ ਕੀਤਾ ਗਿਆ। ਗਿਆਨੀ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਵੱਖ-ਵੱਖ ਅਹੁਦਿਆਂ ਤੇ ਨਿਸ਼ਕਾਮ ਸੇਵਾਵਾਂ ਨਿਭਾਉਂਦੇ ਰਹੇ, ਜਿਵੇਂ ਮਾਲਵਾ ਚੱਕਰਵਰਤੀ ਖਾਲਸਾ ਦੀਵਾਨ ਬਿੰਜੂਕੇ ਅਮਰਗੜ੍ਹ ਦੇ ਪ੍ਰਧਾਨ, ਮਾਲਵਾ ਇਤਿਹਾਸ ਖੋਜ ਕੇਂਦਰ ਬਠਿੰਡਾ ਦੇ ਪ੍ਰਧਾਨ, ਪੰਚ ਖਾਲਸਾ ਦੀਵਾਨ ਪੰਚਖੰਡ ਦੇ ਮੀਤ ਸਕੱਤਰ ਅਤੇ ਨਿਰਮਲ ਮਹਾਮੰਡਲ ਦੇ ਜਨਰਲ ਸਕੱਤਰ ਅਤੇ ਮੀਤ ਪ੍ਰਧਾਨ ਵੀ ਰਹੇ। ਅੱਗੇ ਗਿਆਨੀ ਜੀ ਦੀਆਂ ਰਚਨਾਵਾਂ। ਗਿਆਨੀ ਜੀ ਨੇ ਲਗਭਗ 18 ਪੁਸਤਕਾਂ ਅਤੇ 12 ਕਿਤਾਬਚਿਆਂ ਦੀ ਰਚਨਾ ਕੀਤੀ।
ਉਹਨਾਂ ਦੀਆਂ ਰਚਨਾਵਾਂ ਦਾ ਵਿਸ਼ਾ ਸੰਤਾਂ ਮਹਾਂਪੁਰਖਾਂ ਦੇ ਜੀਵਨ, ਨਿਰਮਲ ਭੇਖ ਦਾ ਇਤਿਹਾਸ, ਮਾਲਵੇ ਦੇ ਗੁਰਦੁਆਰਿਆਂ ਦਾ ਇਤਿਹਾਸ, ਗੁਰਮਤਿ ਅਤੇ ਵੇਦਾਂਤ ਹੈ। ਉਹਨਾਂ ਦੀਆਂ ਕਈ ਅਪ੍ਰਕਾਸ਼ਿਤ ਪੁਸਤਕਾਂ ਵੀ ਪ੍ਰਾਪਤ ਹੁੰਦੀਆਂ ਹਨ। ਗਿਆਨੀ ਜੀ ਨੇ ਲਗਭਗ 7 ਦੁਰਲੱਭ ਗ੍ਰੰਥਾਂ ਨੂੰ ਸੰਪਾਦਿਤ ਕੀਤਾ। ਅੱਗੇ ਗਿਆਨੀ ਜੀ ਦੀਆਂ ਪ੍ਰਕਾਸ਼ਿਤ ਪੁਸਤਕਾਂ, ਕਿਤਾਬਚਿਆਂ ਤੇ ਸੰਪਾਦਿਤ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਜਿਵੇਂ ਅਦੁੱਤੀ ਸੇਵਕ, ਗਮਗਾਤ ਪੁਰਖ, ਏਕ ਪੁਰਖ, ਅਪਾਰ ਰੂਪ, ਦੀਪ ਸਟੀਕ, ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ, ਸ਼੍ਰੀ ਦਮਦਮਾ ਗੁਰੂ ਕੀ ਕਾਸ਼ੀ, ਸ਼੍ਰੀ ਨਿਰਮਲ ਪੰਥ, ਬੋਧ ਗੁਰੂ ਵੰਸ਼, ਖਾਲਸਾ ਪੰਥ, ਵਿਦਿਆਸਰ ਦਾ ਵਿਦਿਆ ਸਾਗਰ, ਸੁਦਾਸਰ ਕੇ ਰਤਨ, ਕੋਠਾ ਗੁਰੂ ਦੀ ਗੌਰਵ ਗਾਥਾ, ਨਿਰਮਲ ਪੰਥ ਦੀ ਗੌਰਵ ਗਾਥਾ, ਸੂਰਬੀਰ ਬਚਨ ਕੇਵਲੀ, ਕਲਾਧਾਰੀ ਪੁਰਖ, ਸੰਪਰਦਾਇ ਮਸਤੂਆਣਾ, ਸ਼੍ਰੀ ਦਮਦਮਾ ਸਾਹਿਬ ਦਾ ਇਤਿਹਾਸ ਅਤੇ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਉਪਕਾਰ, ਗੁਰਬਾਣੀ, ਵੇਦਾਂਤ, ਨਿਰਣੇ, ਜਪਜੀ ਸਾਹਿਬ, ਸਟੀਕ। ਇਸ ਤੋਂ ਇਲਾਵਾ ਗਿਆਨੀ ਜੀ ਨੇ ਕਈ ਕਿਤਾਬਚੇ ਵੀ ਲਿਖੇ ਨੇ, ਜਿਵੇਂ ਤਖਤ ਦਮਦਮਾ ਸਾਹਿਬ, ਬਾਬਾ ਕੌਲ ਸਾਹਿਬ, ਲੋਹਗੜ੍ਹ ਸਾਹਿਬ, ਦੀਨਾ ਪੂਜੇ ਸੰਤ ਅਤਰ ਸਿੰਘ ਜੀ, ਗੁਰਦੁਆਰਾ ਗੁਰੂਸਰ ਨਥਾਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਤ੍ਰਿਤੀਆ ਸ਼ਤਾਬਦੀ ਪੂਰਨਤਾ ਦਿਵਸ, ਸੰਖੇਪ ਇਤਿਹਾਸ ਸ੍ਰੀ ਦਮਦਮਾ ਸਾਹਿਬ, ਡੇਰਾ ਬਾਬਾ ਦਲ ਸਿੰਘ ਜੀ, ਭੁੱਚੋ ਕਲਾਂ, ਨਿਰਮਲ ਭੇਖ, ਭਾਸ਼ਕਰ, ਨਿਰਭੈ, ਜੋਧਾ ਬਾਬਾ ਬੰਦਾ ਸਿੰਘ, ਗੁਰਦੁਆਰਾ ਗੁੰਗਸਰ ਸਾਹਿਬ, ਸਤਨਾਮ ਵਾਹਿਗੁਰੂ। ਸੰਪਾਦਿਤ ਪੁਸਤਕਾਂ ਦੇ ਵਿੱਚ ਗਿਆਨੀ ਜੀ ਦੀਆਂ ਪੁਸਤਕਾਂ ਨੇ ਹਸਤਾ ਬਾਦਸ਼ਾਹ, ਸ਼ਾਂਤ ਸੰਗੀਤ, ਪਰਮ ਰੂਪ, ਪੁਨੀਤ ਮੂਰਤ, ਆਤਮ ਬੋਧ, ਮਾਤਾ ਦੇਸਾਂ ਦਾ ਬੁਰਜ, ਸੰਤ ਅਤਰ ਸਿੰਘ ਅਭਿਨੰਦਨ ਗ੍ਰੰਥ, ਅਧਿਆਤਮਕ ਅਨੁਭਵ, ਵਿਵੇਕ, ਪੰਡਿਤ ਈਸ਼ਰ ਸਿੰਘ ਗ੍ਰੰਥਾਵਲੀ, ਗੁਰਗਿਰਾਰਥ ਕੋਸ਼, ਬਾਬਾ ਕਾਲੂਨਾਥ ਜੀ। ਇਸ ਤੋਂ ਇਲਾਵਾ ਗਿਆਨੀ ਜੀ ਦੇ ਵੱਖ-ਵੱਖ ਅਖਬਾਰਾਂ, ਪੱਤਰਿਕਾਵਾਂ ਦੇ ਵਿੱਚ ਲੇਖ ਵੀ ਛਪਦੇ ਰਹੇ। ਅੱਗੇ ਗਿਆਨੀ ਜੀ ਦੇ ਸਿੱਖ ਸਾਹਿਤ ਵਿੱਚ ਕੀ ਸਥਾਨ ਹੈ, ਇਸ ਬਾਰੇ ਡਿਸਕਸ ਕਰਾਂਗੇ। ਗਿਆਨੀ ਜੀ ਦੁਆਰਾ ਰਚੇ ਸਾਹਿਤ ਦੀ ਲੰਮੀ ਸੂਚੀ ਇਹ ਸਪਸ਼ਟ ਕਰ ਦਿੰਦੀ ਹੈ ਕਿ ਉਹਨਾਂ ਨੇ ਧਰਮ, ਦਰਸ਼ਨ, ਇਤਿਹਾਸ, ਵੇਦਾਂਤ, ਸਾਹਿਤ, ਕਾਵਿ ਤੇ ਗੁਰਬਾਣੀ ਦਾ ਅਧਿਐਨ ਕੀਤਾ। ਗਿਆਨੀ ਜੀ ਇੱਕ ਇਤਿਹਾਸਕਾਰ, ਦਾਰਸ਼ਨਿਕ, ਵਿਆਖਿਆਕਾਰ, ਕਵੀ ਅਤੇ ਸੁਘੜ ਸੰਪਾਦਕ ਸਨ। ਉਹਨਾਂ ਨੇ ਆਪਣੀਆਂ ਸਿਰਜਣਾਵਾਂ ਰਾਹੀਂ ਜਿੱਥੇ ਸਿੱਖ ਸਾਹਿਤ ਨੂੰ ਅਮੀਰ ਕੀਤਾ, ਉੱਥੇ ਦੁਰਲੱਭ ਗ੍ਰੰਥਾਂ ਦੀ ਸੰਪਾਦਨਾ ਕਰਕੇ ਸਿੱਖ ਸਾਹਿਤ ਨੂੰ ਸੰਭਾਲਿਆ ਵੀ ਹੈ, ਜਿਵੇਂ ਪੰਡਿਤ ਤਾਰਾ ਸਿੰਘ ਨਰੋਤਮ ਦੁਆਰਾ ਰਚਿਤ ਗ੍ਰੰਥ ਗੁਰੂ ਗਿਰਾਰਥ ਕੋਸ਼ ਦਾ ਸੰਪਾਦਨ ਕਰਨਾ। ਉਹਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਿੱਖ ਇਤਿਹਾਸਕਾਰੀ, ਵਿਆਖਿਆਕਾਰੀ ਅਤੇ ਦਾਰਸ਼ਨਿਕ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਗਿਆਨੀ ਜੀ ਦੇ ਸਿੱਖ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਅੱਗੇ 3 ਪੁਆਇੰਟਾਂ ਦੇ ਅਧੀਨ ਡਿਸਕਸ ਕੀਤਾ ਮੈਂ ਆਪਣੇ ਪੇਪਰ 'ਚ, ਜਿਵੇਂ ਇਤਿਹਾਸਕਾਰੀ, ਵਿਆਖਿਆਕਾਰੀ ਅਤੇ ਸਿਧਾਂਤਕਾਰੀ। ਸਭ ਤੋਂ ਪਹਿਲਾਂ ਇਤਿਹਾਸਕਾਰੀ ਬਾਰੇ। ਗਿਆਨੀ ਜੀ ਨੇ ਮੁੱਖ ਤੌਰ 'ਤੇ ਗਿਆਨੀ ਜੀ ਇਤਿਹਾਸਕਾਰ ਸਨ ਅਤੇ ਉਹਨਾਂ ਨੇ ਆਪਣੀਆਂ ਇਤਿਹਾਸਕ ਲਿਖਤਾਂ ਦੁਆਰਾ ਸਿੱਖ ਇਤਿਹਾਸਕਾਰੀ ਵਿੱਚ ਯੋਗਦਾਨ ਪਾਇਆ। ਗਿਆਨੀ ਜੀ ਦੀਆਂ ਇਤਿਹਾਸ ਨਾਲ ਸੰਬੰਧਿਤ 12 ਪੁਸਤਕਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਅਦੁੱਤੀ ਸੇਵਕ, ਵਿਦਿਆਸਰ ਦਾ ਵਿਦਿਆ ਸਾਗਰ, ਅਗਮ ਅਗਾਧ ਪੁਰਖ, ਸੰਤ ਬਾਬਾ ਬਲਵੰਤ ਸਿੰਘ ਧਲੇਰ ਬਾਰੇ, ਸੂਰਬੀਰ ਬਚਨ ਕੇਵਲੀ, ਕਲਾਧਾਰੀ ਪੁਰਖ, ਸ਼੍ਰੀ ਨਿਰਮਲ ਪੰਥ, ਬੋਧ, ਨਿਰਮਲ ਪੰਥ ਦੀ ਗੌਰਵ ਗਾਥਾ, ਇਤਿਹਾਸ, ਸ਼੍ਰੀ ਦਮਦਮਾ ਗੁਰੂ ਕੀ ਕਾਸ਼ੀ, ਕੋਠਾ ਗੁਰੂ ਦੀ ਗੌਰਵ ਗਾਥਾ ਆਦਿ ਸ਼ਾਮਿਲ ਹਨ। ਗਿਆਨੀ ਜੀ ਨੇ ਉਪਰੋਕਤ ਰਚਨਾਵਾਂ ਵਿੱਚ ਸੰਤਾਂ ਮਹਾਂਪੁਰਖਾਂ ਦੇ ਜੀਵਨ, ਨਿਰਮਲ ਭੇਖ ਦਾ ਇਤਿਹਾਸ, ਗੁਰਦੁਆਰਿਆਂ ਤੇ ਪਿੰਡਾਂ ਦਾ ਇਤਿਹਾਸ ਅੰਕਿਤ ਕੀਤਾ ਹੈ। ਗਿਆਨੀ ਜੀ ਦੀ ਇਤਿਹਾਸਕਾਰੀ ਨੂੰ ਅੱਗੇ 4 ਪੁਆਇੰਟਾਂ ਦੇ ਵਿੱਚ ਵੰਡਿਆ ਮੈਂ। ਫਸਟ ਹੈ ਵਿਅਕਤੀਆਂ ਦੇ ਜੀਵਨ। ਗਿਆਨੀ ਜੀ ਨੇ ਵਧੇਰੇ ਕਰਕੇ ਜੀਵਨੀ ਮੂਲਕ ਇਤਿਹਾਸ ਲਿਖਿਆ। ਉਹਨਾਂ ਨੇ ਲਗਭਗ 498 ਵਿਅਕਤੀਆਂ ਦੇ ਜੀਵਨ ਅੰਕਿਤ ਕੀਤੇ ਹਨ, ਜਿਵੇਂ ਸੰਤ ਅਤਰ ਸਿੰਘ ਜੀ ਮਸਤੂਆਣਾ, ਸੰਤ ਬਾਬਾ ਬਲਵੰਤ ਸਿੰਘ ਧਲੇਰ ਵਾਲੇ, ਭਾਈ ਫੁੰਮਣ ਸਿੰਘ ਅਮਰਗੜ੍ਹ, ਜਥੇਦਾਰ ਦਿਆਲ ਸਿੰਘ ਪਰਵਾਨਾ ਆਦਿ ਦੇ ਜੀਵਨ। ਇਸ ਤੋਂ ਇਲਾਵਾ ਨਿਰਮਲ ਭੇਖ ਦਾ ਇਤਿਹਾਸ ਅੰਕਿਤ ਕਰਦੇ ਹੋਏ ਸ਼੍ਰੀ ਨਿਰਮਲ ਪੰਥ, ਬੋਧ ਵਿੱਚ ਨਿਰਮਲੇ ਵਿਦਵਾਨਾਂ, ਸ਼੍ਰੀ ਮਹੰਤਾਂ ਦੇ ਵੱਖ-ਵੱਖ ਡੇਰਿਆਂ ਤੇ ਸੰਪਰਦਾਵਾਂ ਦੇ ਮੁਖੀਆਂ ਦੇ ਜੀਵਨ ਵੀ ਅੰਕਿਤ ਕੀਤੇ ਹਨ। ਗਿਆਨੀ ਜੀ ਨੇ ਵਧੇਰੇ ਧਾਰਮਿਕ ਵਿਅਕਤੀਆਂ ਦੇ ਜੀਵਨ ਲਿਖੇ ਹਨ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਗਿਆਨੀ ਜੀ ਵਧੇਰੇ ਸਮਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਰਹੇ। ਉਹਨਾਂ ਨੇ ਵਿੱਦਿਆ ਵੀ ਨਿਰਮਲ ਅਤੇ ਉਦਾਸੀ ਸੰਤਾਂ ਦੇ ਡੇਰਿਆਂ ਤੋਂ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਗਿਆਨੀ ਜੀ ਦੇ ਪਰਿਵਾਰ ਦਾ ਮਾਹੌਲ ਵੀ ਧਾਰਮਿਕ ਸੀ। ਗਿਆਨੀ ਜੀ ਨੇ ਜਿਨ੍ਹਾਂ ਵਿਅਕਤੀਆਂ ਦੇ ਜੀਵਨ ਲਿਖੇ ਹਨ, ਉਹਨਾਂ ਦਾ ਗੁਰਮਤਿ ਪ੍ਰਚਾਰ ਅਤੇ ਵਿੱਦਿਆ ਪ੍ਰਚਾਰ, ਸਾਹਿਤਕ ਅਤੇ ਸਮਾਜਿਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਜੀਵਨੀ ਲਿਖਦੇ ਸਮੇਂ ਗਿਆਨੀ ਜੀ ਵਿਅਕਤੀ ਵਿਸ਼ੇਸ਼ ਦੇ ਵੰਸ਼, ਪਿਛੋਕੜ, ਜਨਮ, ਪਿੰਡ ਅਤੇ ਵਿਸ਼ੇਸ਼ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੰਦੇ ਹਨ। ਸੰਤਾਂ ਮਹਾਂਪੁਰਖਾਂ ਦੇ ਜੀਵਨ ਲਿਖਦੇ ਸਮੇਂ ਉਹ ਸ਼ਰਧਾ ਅਤੇ ਸਤਿਕਾਰ ਵਾਲੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹਨ, ਜਿਸ ਦਾ ਅੰਦਾਜ਼ਾ ਉਹਨਾਂ ਦੁਆਰਾ ਸੰਤਾਂ ਮਹੰਤਾਂ ਦੇ ਨਾਮ ਅੱਗੇ ਲਗਾਏ ਵਿਸ਼ੇਸ਼ਣਾਂ ਤੋਂ ਲਗਾਇਆ ਜਾ ਸਕਦਾ ਹੈ। ਜੀਵਨੀਆਂ ਲਿਖਣ ਲਈ ਉਹਨਾਂ ਨੇ ਜਿੱਥੇ ਆਪਣੇ ਤੋਂ ਪਹਿਲੇ ਹੋਏ ਕਾਰਜਾਂ ਨੂੰ ਆਧਾਰ ਬਣਾਇਆ, ਉੱਥੇ ਮੌਖਿਕ ਪਰੰਪਰਾ ਨੂੰ ਵੀ ਆਧਾਰ ਬਣਾਇਆ ਹੈ। ਉਹ ਪਿੰਡ ਦੇ ਬਜ਼ੁਰਗਾਂ, ਡੇਰਿਆਂ ਤੋਂ ਜਾਣਕਾਰੀ ਇਕੱਤਰ ਕਰਦੇ ਹਨ। ਇਤਿਹਾਸ ਲਿਖਦੇ ਸਮੇਂ ਉਹ ਤਿੱਥਾਂ ਵੀ ਦਿੰਦੇ ਹਨ ਤੇ ਕਾਲਕ੍ਰਮ ਦਾ ਖਿਆਲ ਵੀ ਰੱਖਦੇ ਹਨ, ਪਰ ਇਤਿਹਾਸ ਪ੍ਰਤੀ ਗਿਆਨੀ ਜੀ ਦਾ ਦ੍ਰਿਸ਼ਟੀਕੋਣ ਵਧੇਰੇ ਕਰਕੇ ਪਰੰਪਰਾ ਮੂਲਕ ਹੈ।
ਅਗਲਾ ਇਤਿਹਾਸਕਾਰੀ ਦੇ ਵਿੱਚ ਗਿਆਨੀ ਜੀ ਜਿਹੜਾ ਵਿਸ਼ੇਸ਼ ਯੋਗਦਾਨ ਹੈ ਉਹ ਨਿਰਮਲ ਸੰਪਰਦਾਇ ਦਾ ਇਤਿਹਾਸ ਹੈ। ਗਿਆਨੀ ਜੀ ਨਿਰਮਲ ਵਿਦਵਾਨ ਸਨ ਅਤੇ ਉਹਨਾਂ ਨੇ ਨਿਰਮਲ ਸੰਪਰਦਾਇ ਦਾ ਇਤਿਹਾਸ ਲਿਖ ਕੇ ਸਿੱਖ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਹਨਾਂ ਨੇ ਨਿਰਮਲ ਭੇਖ ਦਾ ਇਤਿਹਾਸ ਸ਼੍ਰੀ ਨਿਰਮਲ ਪੰਥ ਬੋਧ ਅਤੇ ਨਿਰਮਲ ਪੰਥ ਦੀ ਗੌਰਵ ਗਾਥਾ ਵਿੱਚ ਅੰਕਿਤ ਕੀਤਾ ਹੈ। ਗਿਆਨੀ ਜੀ ਤੋਂ ਪਹਿਲਾਂ ਨਿਰਮਲ ਭੇਖ ਦਾ ਇਤਿਹਾਸ ਗਿਆਨੀ ਗਿਆਨ ਸਿੰਘ, ਮਹੰਤ ਗਣੇਸ਼ਾ ਸਿੰਘ, ਮਹੰਤ ਦਿਆਲ ਸਿੰਘ ਨੇ ਅੰਕਿਤ ਕੀਤਾ, ਪਰ ਇਹ ਸਾਹਿਤ ਬਹੁਤ ਦੁਰਲੱਭ ਹੋ ਗਿਆ ਸੀ ਅਤੇ ਇਤਿਹਾਸ ਵਿੱਚ ਕਈ ਤਬਦੀਲੀਆਂ ਆ ਚੁੱਕੀਆਂ ਸਨ, ਜਿਸ ਕਾਰਨ ਗਿਆਨੀ ਜੀ ਨੇ ਗ੍ਰੰਥ ਲਿਖਣ ਦੀ ਲੋੜ ਮਹਿਸੂਸ ਕੀਤੀ। ਗਿਆਨੀ ਜੀ ਨੇ ਨਿਰਮਲ ਭੇਖ ਦਾ ਇਤਿਹਾਸ ਅੰਕਿਤ ਕਰਦੇ ਹੋਏ ਨਿਰਮਲ ਭੇਖ ਦੇ ਆਰੰਭ, ਵਿਕਾਸ, ਉਪ ਸੰਪਰਦਾਵਾਂ ਅਤੇ ਡੇਰਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਗਿਆਨੀ ਜੀ ਨੇ ਇਹਨਾਂ ਸੰਪਰਦਾਵਾਂ ਦਾ ਵਰਗੀਕਰਨ ਕਰਕੇ ਤਰਤੀਬ ਵਿੱਚ ਪੇਸ਼ ਕੀਤਾ ਹੈ, ਜਿਵੇਂ ਪਹਿਲਾਂ ਭਾਈ ਦਇਆ ਸਿੰਘ ਅਤੇ ਫਿਰ ਭਾਈ ਧਰਮ ਸਿੰਘ ਨਾਲ ਸੰਬੰਧਿਤ ਸੰਪਰਦਾਵਾਂ ਬਾਰੇ ਦੱਸਿਆ ਹੈ। ਗਿਆਨੀ ਜੀ ਤੋਂ ਪਹਿਲੀਆਂ ਲਿਖਤਾਂ ਵਿੱਚ ਅਜਿਹੀ ਤਰਤੀਬ ਵੇਖਣ ਨੂੰ ਨਹੀਂ ਮਿਲਦੀ। ਮਹੰਤ ਗਣੇਸ਼ਾ ਸਿੰਘ ਨੇ ਨਿਰਮਲ ਭੇਖ ਦੀਆਂ ਸੰਪਰਦਾਵਾਂ ਦੀ ਗਿਣਤੀ 17, ਮਹੰਤ ਦਿਆਲ ਸਿੰਘ ਨੇ 33 ਦੱਸੀ ਹੈ, ਜਦੋਂ ਕਿ ਗਿਆਨੀ ਜੀ ਨੇ ਇਹਨਾਂ ਦੀ ਗਿਣਤੀ 35 ਦੱਸੀ ਹੈ। ਉਹਨਾਂ ਨੇ ਦੋ ਨਵੀਆਂ ਸੰਪਰਦਾਵਾਂ ਸੰਪਰਦਾਇ ਮਸਤੂਆਣਾ ਅਤੇ ਸੰਪਰਦਾਇ ਸੰਤ ਕੋਇਰ ਸਿੰਘ ਨੂੰ ਵੱਖਰੇ ਰੂਪ ਵਿੱਚ ਮੰਨਿਆ ਹੈ, ਜਦੋਂ ਕਿ ਮਹੰਤ ਦਿਆਲ ਸਿੰਘ ਨੇ ਇਹਨਾਂ ਸੰਪਰਦਾਵਾਂ ਨੂੰ ਵੱਖਰੇ ਤੌਰ ਤੇ ਪੇਸ਼ ਨਹੀਂ ਕੀਤਾ, ਬਲਕਿ ਹੋਰਨਾਂ ਸੰਪਰਦਾਵਾਂ ਦੇ ਵਿੱਚ ਇਹਨਾਂ ਦਾ ਸੰਖੇਪ ਇਤਿਹਾਸ ਅੰਕਿਤ ਕੀਤਾ ਹੈ। ਨਿਰਮਲ ਸੰਪਰਦਾਇ ਦੇ ਡੇਰਿਆਂ ਦਾ ਇਤਿਹਾਸ ਲਿਖਦੇ ਸਮੇਂ ਆਪ ਵਿਅਕਤੀਆਂ ਦੇ ਜੀਵਨ ਨੂੰ ਵਧੇਰੇ ਉਜਾਗਰ ਕਰਦੇ ਹਨ। ਉਦਾਹਰਣ ਵਜੋਂ ਕਿਸੇ ਵੀ ਡੇਰੇ ਦੇ ਸੰਸਥਾਪਕ ਦਾ ਜੀਵਨ, ਉਹਨਾਂ ਦੇ ਉੱਤਰਾਧਿਕਾਰੀਆਂ ਦੇ ਜੀਵਨ ਦੇ ਵੇਰਵੇ ਵਧੇਰੇ ਦਿੰਦੇ ਹਨ। ਗਿਆਨੀ ਜੀ ਨੇ ਆਪਣੇ ਤੋਂ ਪਹਿਲੇ ਵਿਦਵਾਨਾਂ ਦੁਆਰਾ ਲਿਖੇ ਇਤਿਹਾਸ ਵਿੱਚ ਕਈ ਨਵੇਂ ਤੱਥ ਪੇਸ਼ ਕੀਤੇ ਹਨ, ਜਿਵੇਂ ਡੇਰਿਆਂ ਦੇ ਪ੍ਰਬੰਧ ਵਿੱਚ ਹੋਇਆ ਫੇਰ-ਬਦਲ, ਨਵੀਆਂ ਬਣੀਆਂ ਸੰਪਰਦਾਵਾਂ ਤੇ ਡੇਰੇ, ਨਵੇਂ ਬਣੇ ਮਹੰਤਾਂ ਬਾਰੇ ਜਾਣਕਾਰੀ ਅੰਕਿਤ ਕੀਤੀ ਹੈ। ਗਿਆਨੀ ਜੀ ਦੁਆਰਾ ਰਚਿਤ ਸ਼੍ਰੀ ਨਿਰਮਲ ਪੰਥ ਬੋਧ ਨਿਰਮਲ ਸੰਪਰਦਾਇ ਦਾ ਕੋਸ਼ ਪ੍ਰਤੀਤ ਹੁੰਦਾ ਹੈ, ਜਿਸ ਵਿੱਚ ਆਪਣੇ ਤੋਂ ਪਹਿਲੇ ਇਤਿਹਾਸਕਾਰਾਂ ਨਾਲੋਂ ਕਈ ਨਵੇਂ ਵਾਧੇ ਕੀਤੇ ਹਨ। ਉਹਨਾਂ ਨੇ ਨਿਰਮਲ ਸੰਪਰਦਾਇ ਦਾ ਇਤਿਹਾਸ ਲਿਖਣ ਲਈ ਕਈ ਇਤਿਹਾਸਕ ਸਰੋਤਾਂ ਅਤੇ ਮੌਖਿਕ ਜਾਣਕਾਰੀ ਨੂੰ ਆਧਾਰ ਬਣਾਇਆ ਹੈ। ਇਹ ਕਾਰਜ ਵਧੇਰੇ ਉਪਯੋਗੀ ਨਾ ਹੁੰਦਾ ਜੇਕਰ ਗਿਆਨੀ ਜੀ ਇਸ ਨੂੰ ਕਿਤਾਬੀ ਗਿਆਨ ਤੱਕ ਹੀ ਸੀਮਿਤ ਰੱਖਦੇ। ਉਹਨਾਂ ਨੇ ਨਿਰਮਲਿਆਂ ਦੇ ਡੇਰਿਆਂ ਵਿੱਚ ਜਾ ਕੇ ਜਾਣਕਾਰੀ ਇਕੱਤਰ ਕੀਤੀ ਤੇ ਇੱਕ ਤਰਤੀਬ ਵਿੱਚ ਇਸ ਨੂੰ ਪੇਸ਼ ਕੀਤਾ। ਵਰਤਮਾਨ ਸਮੇਂ ਵਿੱਚ ਜੇਕਰ ਕਿਸੇ ਨੇ ਨਿਰਮਲ ਸੰਪਰਦਾਇ ਦੀ ਖੋਜ ਕਰਨੀ ਹੋਵੇ ਤਾਂ ਉਹਨਾਂ ਨੂੰ ਗਿਆਨੀ ਜੀ ਦੀਆਂ ਨਿਰਮਲ ਭੇਖ ਨਾਲ ਸੰਬੰਧਿਤ ਰਚਨਾਵਾਂ ਨੂੰ ਆਧਾਰ ਬਣਾਏ ਬਿਨਾਂ ਇਹ ਅਸੰਭਵ ਜਾਪਦਾ ਹੈ। ਇਹ ਕਾਰਜ ਭਵਿੱਖ ਵਿੱਚ ਨਿਰਮਲ ਸੰਪਰਦਾਇ ਦੀ ਖੋਜ ਕਾਰਜ ਕਰਨ ਵਾਲੇ ਵਿਦਿਆਰਥੀਆਂ ਲਈ ਸਹਾਇਕ ਸਿੱਧ ਹੋਵੇਗਾ। ਅੱਗੇ ਇਤਿਹਾਸਕਾਰੀ ਵਿੱਚ ਗਿਆਨੀ ਜੀ ਦਾ ਜਿਹੜਾ ਯੋਗਦਾਨ ਹੈ ਗੁਰਦੁਆਰਿਆਂ ਦਾ ਇਤਿਹਾਸ। ਗਿਆਨੀ ਜੀ ਨੇ ਆਪਣੇ ਇਲਾਕੇ ਦੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰਸਥਾਨਾਂ ਦਾ ਇਤਿਹਾਸ ਵੀ ਅੰਕਿਤ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਗਿਆਨੀ ਜੀ ਦਾ ਜਿੱਥੇ ਆਪਣੇ ਇਲਾਕੇ ਲਈ ਮੋਹ ਸੀ, ਉੱਥੇ ਉਹ ਆਪਣੇ ਇਲਾਕੇ ਵਿੱਚ ਹੋਏ ਇਤਿਹਾਸਕ ਕਾਰਨਾਮਿਆਂ ਨੂੰ ਅੰਕਿਤ ਕਰਨ ਲਈ ਤਤਪਰ ਸਨ। ਇਹ ਗੁਰਸਥਾਨ ਤਖਤ ਸ੍ਰੀ ਦਮਦਮਾ ਸਾਹਿਬ, ਗੁਰੂਸਰ ਨਥਾਣਾ, ਗੁਰਦੁਆਰਾ ਕੌਲਸਰ, ਗੁਰਦੁਆਰਾ ਗੁੰਗਸਰ, ਗੁਰਦੁਆਰਾ ਦੀਨਾ ਕਾਂਗੜਾ ਹਨ। ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਹ ਅਸਥਾਨ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ। ਤਖਤ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦਾ ਚੌਥਾ ਤਖਤ ਹੈ। ਗਿਆਨੀ ਜੀ ਨੇ ਦਮਦਮਾ ਸਾਹਿਬ ਦਾ ਇਤਿਹਾਸ ਤਿੱਥਾਂ ਦੇ ਆਧਾਰ ਤੇ ਕਾਲਕ੍ਰਮ ਅਨੁਸਾਰ ਲਿਖਿਆ ਹੈ। ਗਿਆਨੀ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਬਾਰੇ ਪਹਿਲੀ ਵਾਰ ਉਦੋਂ ਲਿਖਿਆ ਜਦੋਂ ਤਖਤ ਸਾਹਿਬ ਦੀ ਮਾਨਤਾ ਤੇ ਮਹੰਤਾਂ ਦੇ ਪ੍ਰਬੰਧ ਕਾਰਨ ਪ੍ਰਸ਼ਨ ਚਿੰਨ੍ਹ ਲੱਗ ਰਹੇ ਸਨ। ਉਸ ਸਮੇਂ ਗਿਆਨੀ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਟ੍ਰੈਕਟ ਛਾਪਿਆ, ਜਿਸ ਵਿੱਚ ਦਲੀਲਾਂ ਸਾਹਿਤ ਤਖਤ ਸਾਹਿਬ ਦੀ ਮਾਨਤਾ ਨੂੰ ਸਿੱਧ ਕੀਤਾ ਹੈ। ਗੁਰਸਥਾਨਾਂ ਦਾ ਇਤਿਹਾਸ ਲਿਖਦੇ ਸਮੇਂ ਉਹਨਾਂ ਨੇ ਇਹਨਾਂ ਸਥਾਨਾਂ ਦੀ ਭੂਗੋਲਿਕ ਸਥਿਤੀ, ਇਤਿਹਾਸ, ਵਰਤਮਾਨ ਪ੍ਰਬੰਧ, ਨਿਸ਼ਾਨੀਆਂ, ਪੁਰਾਤਨ ਅਤੇ ਵਰਤਮਾਨ ਸਥਿਤੀ ਬਾਰੇ ਵਿਸਤਾਰ ਨਾਲ ਦੱਸਿਆ ਹੈ। ਗਿਆਨੀ ਜੀ ਦੁਆਰਾ ਕੀਤਾ ਇਹ ਕਾਰਜ ਗੁਰਸਥਾਨਾਂ ਤੇ ਕਾਰਜ ਕਰਨ ਵਾਲੇ ਖੋਜਾਰਥੀਆਂ ਤੇ ਵਿਦਵਾਨਾਂ ਲਈ ਸਹਾਇਕ ਸਿੱਧ ਹੋਵੇਗਾ। ਇਤਿਹਾਸਕਾਰੀ ਵਿੱਚ ਗਿਆਨੀ ਜੀ ਨੇ ਪਿੰਡਾਂ ਦਾ ਇਤਿਹਾਸ ਵੀ ਲਿਖਿਆ ਹੈ, ਜਿਸ ਵਿੱਚ ਗਿਆਨੀ ਜੀ ਦੁਆਰਾ ਲਿਖੇ ਪਿੰਡਾਂ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਕਾਰਜ ਉਹਨਾਂ ਦੇ ਜੱਦੀ ਪਿੰਡ ਕੋਠਾ ਗੁਰੂ ਦਾ ਇਤਿਹਾਸ ਹੈ, ਜਿਸ ਵਿੱਚ ਕੋਠਾ ਗੁਰੂ ਦੇ ਪ੍ਰਾਚੀਨ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਦਾ ਇਤਿਹਾਸ ਅੰਕਿਤ ਕੀਤਾ ਗਿਆ ਹੈ। ਪਿੰਡ ਕੋਠਾ ਗੁਰੂ ਇਸ ਕਰਕੇ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿਉਂਕਿ ਇਸ ਇਤਿਹਾਸਕ ਪਿੰਡ ਦੀ ਮਿੱਟੀ ਵਿੱਚੋਂ ਕਈ ਵਿਦਵਾਨਾਂ ਨੇ ਜਨਮ ਲਿਆ, ਜਿਵੇਂ ਬਾਬਾ ਮਿਹਰਬਾਨ ਜੀ, ਬਾਬਾ ਹਰਜੀ, ਭਾਈ ਕੇਸ਼ੋ ਦਾਸ, ਕੁਸ਼ਲ ਦਾਸ, ਹਰੀਆ ਦਰਬਾਰੀ ਦਾਸ, ਪ੍ਰੋਫੈਸਰ ਹਰਬੰਸ ਸਿੰਘ ਆਦਿ। ਉਹਨਾਂ ਨੇ ਪਿੰਡ ਕੋਠਾ ਗੁਰੂ ਦੇ ਹਰ ਪਹਿਲੂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਹੈ। ਉਹ ਜਿੱਥੇ ਪਿੰਡ ਦਾ ਇਤਿਹਾਸ ਲਿਖਦੇ ਹਨ, ਉੱਥੇ ਰਾਜਨੀਤਿਕ ਸਥਿਤੀ, ਸੱਭਿਆਚਾਰ, ਧਾਰਮਿਕ ਅਤੇ ਭੂਗੋਲਿਕ ਪੱਖ ਬਾਰੇ ਵੀ ਲਿਖਦੇ ਹਨ। ਪਿੰਡ ਦੇ ਨਾਮਕਰਨ, ਗੁਰੂ ਸਾਹਿਬਾਨ ਦੇ ਆਉਣ ਮੀਣਿਆਂ ਦੁਆਰਾ ਇਸ ਸਥਾਨ ਤੇ ਸਾਹਿਤ ਰਚਨਾ, ਪਿੰਡ ਦੇ ਵਿਕਾਸ, ਪਿੰਡ ਦੇ ਧਾਰਮਿਕ ਸਥਾਨਾਂ, ਮੇਲਿਆਂ ਅਤੇ ਪ੍ਰਸਿੱਧ ਵਿਅਕਤੀਆਂ ਬਾਰੇ ਵਿਸਤਾਰ ਨਾਲ ਬਿਆਨ ਕਰਦੇ ਹਨ। ਉਹਨਾਂ ਨੇ ਪਿੰਡ ਕੋਠਾ ਗੁਰੂ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਵਿਅਕਤੀਆਂ ਦੇ ਜੀਵਨ ਵੀ ਦਿੱਤੇ ਹਨ। ਗਿਆਨੀ ਜੀ ਨੇ ਤੱਥਾਂ ਦੇ ਆਧਾਰ ਤੇ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਪਿੰਡ ਦੇ ਬਜ਼ੁਰਗਾਂ ਕੋਲੋਂ ਪ੍ਰਾਚੀਨ ਮੌਖਿਕ ਘਟਨਾਵਾਂ ਵੀ ਪ੍ਰਾਪਤ ਕੀਤੀਆਂ ਹਨ। ਪਿੰਡਾਂ ਨਾਲ ਸੰਬੰਧਿਤ ਪੁਰਾਤਨ ਅਤੇ ਨਵੀਨ ਤਸਵੀਰਾਂ ਅਤੇ ਸਾਬਕਾ ਰਿਆਸਤ ਪਟਿਆਲਾ ਦੇ ਪਿੰਡ ਕੋਠਾ ਗੁਰੂ ਨਾਲ ਸੰਬੰਧਿਤ ਨਕਸ਼ੇ ਵੀ ਦਿੱਤੇ ਹਨ।
ਇਸ ਪੁਸਤਕ ਵਿੱਚ ਗੁਰੂ ਸਾਹਿਬਾਨ ਅਤੇ ਨੀਣਿਆਂ ਦੁਆਰਾ ਰਚਿਤ ਸਾਹਿਤ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਗਿਆਨੀ ਜੀ ਦੀ ਇਸ ਪੁਸਤਕ ਤੋਂ ਪਤਾ ਲੱਗਦਾ ਹੈ ਕਿ ਪਿੰਡ ਕੋਠਾ ਗੁਰੂ ਆਪਣੇ ਵਿੱਚ ਵਡਮੁੱਲਾ ਇਤਿਹਾਸ ਸਮੋਈ ਬੈਠਾ ਹੈ। ਗਿਆਨੀ ਜੀ ਦੁਆਰਾ ਕੀਤਾ ਇਹ ਕਾਰਜ ਜਿੱਥੇ ਪਿੰਡ ਕੋਠਾ ਗੁਰੂ ਬਾਰੇ ਖੋਜ ਭਰਪੂਰ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ, ਉੱਥੇ ਖੋਜਾਰਥੀਆਂ ਨੂੰ ਅਜਿਹੇ ਕਾਰਜ ਕਰਨ ਲਈ ਪ੍ਰੇਰਨਾ ਵੀ ਦਿੰਦਾ ਹੈ। ਇਸ ਤੋਂ ਇਲਾਵਾ ਬਾਕੀ ਪਿੰਡਾਂ ਦਾ ਇਤਿਹਾਸ ਸੰਬੰਧਿਤ ਵਿਅਕਤੀਆਂ ਦੇ ਜੀਵਨ ਲਿਖਣ ਸਮੇਂ ਸੰਖੇਪ ਵਿੱਚ ਅੰਕਿਤ ਕੀਤਾ ਗਿਆ ਹੈ, ਜਿਵੇਂ ਮਸਤੂਆਣਾ, ਅਮਰਗੜ੍ਹ, ਚੀਮਾ ਆਦਿ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗਿਆਨੀ ਜੀ ਜੀਵਨੀ ਲਿਖਦੇ ਸਮੇਂ ਉਸ ਵਿਅਕਤੀ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਅੰਕਿਤ ਕਰਦੇ ਹਨ। ਗਿਆਨੀ ਜੀ ਮਿਤੀਆਂ ਦੇਣ ਲਈ ਵਧੇਰੇ ਪੁਰਾਣੀਆਂ ਘਟਨਾਵਾਂ ਲਈ ਸਮਤ ਅਤੇ ਕਈ ਥਾਵਾਂ ਤੇ ਸਮਤ ਅਤੇ ਸੰਨ ਅਤੇ ਆਧੁਨਿਕ ਘਟਨਾਵਾਂ ਲਈ ਸੰਨ ਦਿੰਦੇ ਹਨ। ਗਿਆਨੀ ਜੀ ਨੇ ਮੁੱਢਲੇ ਅਤੇ ਸਹਾਇਕ ਸਰੋਤਾਂ ਤੇ ਪਰੰਪਰਾ ਦੇ ਆਧਾਰ ਤੇ ਇਤਿਹਾਸ ਲਿਖਿਆ ਹੈ। ਉਹਨਾਂ ਦੀ ਇਤਿਹਾਸਕਾਰੀ ਦੀ ਇਹ ਵਿਲੱਖਣਤਾ ਹੈ ਕਿ ਉਹ ਕੇਵਲ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਮੌਖਿਕ ਪਰੰਪਰਾ ਨੂੰ ਵੀ ਆਧਾਰ ਬਣਾਉਂਦੇ ਹਨ। ਉਹਨਾਂ ਨੇ ਜਿਸ ਸਥਾਨ ਬਾਰੇ ਲਿਖਿਆ ਉੱਥੇ ਜਾ ਕੇ ਸੰਬੰਧਿਤ ਵਿਅਕਤੀਆਂ ਤੇ ਪਿੰਡ ਦੇ ਬਜ਼ੁਰਗਾਂ ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ। ਹਰੇਕ ਪੁਸਤਕ ਦੇ ਵਿੱਚ ਇਤਿਹਾਸਕ ਤਸਵੀਰਾਂ ਵੀ ਦਿੰਦੇ ਹਨ, ਜਿਵੇਂ ਸੰਬੰਧਿਤ ਸਥਾਨ ਦੇ ਨਵੇਂ ਅਤੇ ਪੁਰਾਤਨ ਚਿੱਤਰ, ਨਕਸ਼ੇ ਆਦਿ। ਗਿਆਨੀ ਜੀ ਦਾ ਇਤਿਹਾਸ ਪ੍ਰਤੀ ਦ੍ਰਿਸ਼ਟੀਕੋਣ ਵਧੇਰੇ ਕਰਕੇ ਪਰੰਪਰਾ ਮੁਲਕ ਹੈ। ਭਾਵੇਂ ਉਹ ਤੱਥਾਂ ਦਾ ਸਹਾਰਾ ਵੀ ਲੈਂਦੇ ਹਨ, ਪਰ ਉਹਨਾਂ ਨੇ ਸਿੱਖ ਸਾਹਿਤ ਨੂੰ ਵਿਧੀਵਤ ਰੂਪ ਵਿੱਚ ਨਹੀਂ ਲਿਖਿਆ, ਬਲਕਿ ਸ਼ਖਸੀਅਤ ਮੂਲਕ ਦ੍ਰਿਸ਼ਟੀ ਨਾਲ ਵਧੇਰੇ ਲਿਖਿਆ ਹੈ, ਜਿਵੇਂ ਸੰਤ ਅਤਰ ਸਿੰਘ ਜੀ ਮਸਤੂਆਣਾ, ਜਥੇਦਾਰ ਦਿਆਲ ਸਿੰਘ ਪਰਵਾਨਾ, ਭਾਈ ਫੁੰਮਣ ਸਿੰਘ ਅਮਰਗੜ੍ਹ, ਸੰਤ ਬਾਬਾ ਬਲਵੰਤ ਸਿੰਘ ਧਲੇਰ ਵਾਲੇ ਆਦਿ ਦੇ ਜੀਵਨ। ਉਹਨਾਂ ਨੇ ਵਧੇਰੇ ਧਾਰਮਿਕ ਵਿਅਕਤੀਆਂ ਜਿਵੇਂ ਸੰਤਾਂ ਮਹਾਂਪੁਰਖਾਂ ਦੇ ਜੀਵਨ ਲਿਖੇ ਹਨ। ਗਿਆਨੀ ਜੀ ਦੀ ਇਤਿਹਾਸ ਲਿਖਦੇ ਸਮੇਂ ਭਾਵੇਂ ਮਹੱਤਵਪੂਰਨ ਘਟਨਾਵਾਂ ਨੂੰ ਤੱਥਾਂ ਦੇ ਆਧਾਰ ਤੇ ਬਿਆਨ ਕਰਦੇ ਹਨ, ਪਰ ਉਹਨਾਂ ਦੀ ਇਤਿਹਾਸਕਾਰੀ ਵਿੱਚ ਵਿਅਕਤੀਆਂ ਦੇ ਜੀਵਨ ਦੇ ਵੇਰਵੇ ਵਧੇਰੇ ਮਿਲਦੇ ਹਨ। ਇਤਿਹਾਸਕਾਰੀ ਤੋਂ ਇਲਾਵਾ ਗਿਆਨੀ ਜੀ ਨੇ ਗੁਰਬਾਣੀ ਵਿਆਖਿਆਕਾਰੀ ਦੇ ਵਿੱਚ ਵੀ ਯੋਗਦਾਨ ਪਾਇਆ। ਵਿਆਖਿਆ ਨਾਲ ਸੰਬੰਧਿਤ ਗਿਆਨੀ ਜੀ ਦੀਆਂ 3 ਰਚਨਾਵਾਂ ਜਪਜੀ ਸਾਹਿਬ, ਸਟੀਕ ਰੂਪ ਦੀ ਸਟੀਕ, ਧੰਮਪਦ ਦਾ ਪੰਜਾਬੀ ਟੀਕਾ, ਇਹ ਪ੍ਰਕਾਸ਼ਿਤਾਂ ਪ੍ਰਾਪਤ ਹੁੰਦੀਆਂ ਹਨ। ਪੇਪਰ ਸਿੱਖ ਸਾਹਿਤ ਨਾਲ ਸੰਬੰਧਿਤ ਹੋਣ ਕਰਕੇ ਸਿਰਫ ਜਪਜੀ ਸਾਹਿਬ, ਸਟੀਕ ਨੂੰ ਆਧਾਰ ਬਣਾਇਆ ਗਿਆ। ਗੁਰਬਾਣੀ ਵਿਆਖਿਆ ਕਰਨ ਨਾਲ ਸੰਬੰਧਿਤ ਗਿਆਨੀ ਜੀ ਦੀ ਰਚਨਾ ਜਪਜੀ ਸਾਹਿਬ ਸਟੀਕ ਹੈ। ਇਸ ਵਿੱਚ ਗਿਆਨੀ ਜੀ ਨੇ ਸਰਲ ਰੂਪ ਵਿੱਚ ਗੁਰ ਆਸ਼ੇ ਅਨੁਸਾਰ ਅਰਥ ਕੀਤੇ ਹਨ। ਆਪ ਅਰਥ ਨੂੰ ਸਪਸ਼ਟ ਕਰਨ ਲਈ ਕਈ ਥਾਈਂ ਗੁਰਬਾਣੀ ਵਿੱਚੋਂ ਪ੍ਰਮਾਣ ਵੀ ਦਿੰਦੇ ਹਨ, ਜਿਸ ਨੂੰ ਤਾਰਨ ਸਿੰਘ ਨੇ ਸਹਿਜ ਵਿਆਖਿਆ ਦਾ ਨਾਂ ਦਿੱਤਾ ਹੈ। ਗਿਆਨੀ ਜੀ ਕਠਨ ਪਦ ਦਾ ਅਰਥ ਬ੍ਰੈਕਟ ਵਿੱਚ ਦਿੰਦੇ ਹਨ। ਹਰ ਮੂਲ ਪਾਠ ਦੀ ਪੰਕਤੀ ਨਾਲ ਹਿੰਸੇ ਦਿੰਦੇ ਹਨ, ਜਿਨ੍ਹਾਂ ਦਾ ਸੰਬੰਧ ਅਰਥ ਨਾਲ ਹੈ। ਇਸ ਨਾਲ ਪਾਠਕ ਨੂੰ ਹਰ ਤੁਕ ਲੱਭਣ ਵਿੱਚ ਆਸਾਨੀ ਹੁੰਦੀ ਹੈ। ਉਹਨਾਂ ਦੀ ਭਾਸ਼ਾ ਸਰਲ ਪੰਜਾਬੀ ਹੈ, ਪਰ ਕੋਠਾ ਗੁਰੂ ਜੀ ਬ੍ਰਜ ਭਾਸ਼ਾ ਤੇ ਸੰਸਕ੍ਰਿਤ ਦੇ ਵਿਦਵਾਨ ਸਨ, ਪਰ ਟੀਕੇ ਵਿੱਚ ਉਹਨਾਂ ਨੇ ਪੰਜਾਬੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਕਿਤੇ ਕਿਤੇ ਹਿੰਦੀ ਦੇ ਸ਼ਬਦ ਵੀ ਆਏ ਹਨ, ਜਿਨ੍ਹਾਂ ਦੇ ਅਰਥ ਟੀਕੇ ਦੇ ਅਖੀਰ ਵਿੱਚ ਦਰਜ ਕੀਤੇ ਗਏ ਹਨ। ਗਿਆਨੀ ਜੀ ਇੱਕ ਤੁਕ ਦਾ ਇੱਕੋ ਅਰਥ ਕਰਦੇ ਹਨ। ਨਿਰਮਲੀ ਅਤੇ ਸੰਪਰਦਾਈ ਵਿਦਵਾਨਾਂ ਵਾਂਗ ਇੱਕ ਤੁਕ ਦੇ ਕਈ ਅਰਥ ਨਹੀਂ ਕਰਦੇ। ਗਿਆਨੀ ਜੀ ਦੀ ਵਿਸ਼ੇਸ਼ਤਾ ਕਿ ਉਹਨਾਂ ਦੀ ਟੀਕਾਗਰ ਵਿੱਚ ਨਿਰਮਲੇ ਵਿਦਵਾਨਾਂ ਵਾਂਗ ਵੇਦਾਂਤੀ ਵਿਚਾਰਾਂ ਦਾ ਰੰਗ ਵੇਖਣ ਨੂੰ ਨਹੀਂ ਮਿਲਦਾ। ਗਿਆਨੀ ਜੀ ਦੀ ਬੋਲੀ ਸ਼ੈਲੀ ਨਿਰਮਲੇ ਵਿਦਵਾਨਾਂ ਵਾਂਗ ਕਠਿਨ ਅਤੇ ਗੁੰਝਲਦਾਰ ਨਹੀਂ, ਸਗੋਂ ਸਰਲ ਹੈ। ਉਹਨਾਂ ਦੀ ਟੀਕਾਕਾਰੀ ਪੁਰਾਤਨ ਟੀਕਾਕਾਰਾਂ ਦੇ ਵਧੇਰੇ ਨੇੜੇ ਹੈ, ਕਿਉਂਕਿ ਉਹਨਾਂ ਨੇ ਆਧੁਨਿਕ ਵਿਦਵਾਨਾਂ ਵਾਂਗ ਵਿਆਕਰਣ, ਨਿਯਮ, ਨਿਰੁਕਤ, ਵਿਆਖਿਆ ਆਦਿ ਨਹੀਂ ਦਿੰਦੇ, ਜਿਵੇਂ ਪ੍ਰੋਫੈਸਰ ਸਾਹਿਬ ਸਿੰਘ, ਗਿਆਨੀ ਹਰਬੰਸ ਸਿੰਘ ਦਿੰਦੇ ਹਨ, ਸਗੋਂ ਮੂਲ ਪਾਠ ਦੇ ਕੇ ਸਰਲ ਟੀਕਾ ਕੀਤਾ ਹੈ। ਉਹਨਾਂ ਦੁਆਰਾ ਕੀਤੇ ਟੀਕੇ ਦੀ ਸ਼ੈਲੀ ਭਾਈ ਮਨੀ ਸਿੰਘ ਦੇ ਟੀਕੇ ਵਰਗੀ ਜਾਪਦੀ ਹੈ। ਗਿਆਨੀ ਜੀ ਨੇ ਭਾਈ ਮਨੀ ਸਿੰਘ ਵਾਂਗ ਪੌੜੀਵਾਰ ਮੂਲ ਪਾਠ ਦੇ ਕੇ ਸਰਲ ਸੰਖੇਪ ਟੀਕਾ ਕੀਤਾ ਹੈ। ਉਹਨਾਂ ਨੇ ਆਧੁਨਿਕ ਵਿਦਵਾਨਾਂ ਵਾਂਗ ਮੂਲ ਪਾਠ ਦਾ ਪਦਛੇਦ ਕਰਕੇ ਟੀਕਾ ਕੀਤਾ ਹੈ। ਇਸ ਤਰ੍ਹਾਂ ਗਿਆਨੀ ਜੀ ਦੁਆਰਾ ਕੀਤਾ ਜਪਬਾਣੀ ਦਾ ਟੀਕਾ ਗੁਰਬਾਣੀ ਵਿਆਖਿਆਕਾਰੀ ਵਿੱਚ ਵਾਧਾ ਕਰਦਾ ਹੈ। ਸਿਧਾਂਤਕਾਰੀ ਗਿਆਨੀ ਜੀ ਨੇ ਦਾਰਸ਼ਨਿਕ ਸਿਧਾਂਤਾਂ ਦੀ ਵਿਆਖਿਆ ਗੁਰਬਾਣੀ ਵੇਦਾਂਤ ਨਿਰਣੇ ਪੁਸਤਕ ਵਿੱਚ ਕੀਤੀ ਹੈ। ਇਸ ਤੋਂ ਇਲਾਵਾ ਧਾਰਮਿਕ ਅਤੇ ਸੰਸਥਾਗਤ ਸਿਧਾਂਤਾਂ ਬਾਰੇ ਵੱਖ-ਵੱਖ ਪੁਸਤਕਾਂ ਜਿਵੇਂ ਦਮਦਮਾ ਗੁਰੂ ਕੀ ਕਾਸ਼ੀ ਸੰਪਰਦਾਇ, ਮਸਤੂਆਣਾ, ਕੋਠਾ ਗੁਰੂ ਦੀ ਗੌਰਵ ਗਾਥਾ ਆਦਿ ਪੁਸਤਕਾਂ ਵਿੱਚ ਬਿਆਨ ਕੀਤਾ ਹੈ। ਗਿਆਨੀ ਜੀ ਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾ ਦੇ ਆਧਾਰ ਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਗਿਆਨੀ ਜੀ ਨੇ ਦਾਰਸ਼ਨਿਕ ਸਿਧਾਂਤਾਂ ਦੀ ਤੁਲਨਾਤਮਕ ਵਿਆਖਿਆ ਕਰਦੇ ਹੋਏ ਸਿੱਖ ਸਿਧਾਂਤਾਂ ਨੂੰ ਹੋਰਨਾਂ ਮਤਾਂ, ਵਿਸ਼ੇਸ਼ ਕਰਕੇ ਅਦਵੈਤ ਵੇਦਾਂਤ ਨਾਲੋਂ ਨਿਖੇੜਿਆ ਹੈ। ਉਦਾਹਰਨ ਵਜੋਂ ਗਿਆਨੀ ਜੀ ਗੁਰਮਤਿ ਅਤੇ ਅਦਵੈਤ ਵੇਦਾਂਤ ਦੀ ਤੁਲਨਾ ਕਰਦੇ ਹੋਏ ਲਿਖਦੇ ਹਨ ਕਿ ਗੁਰਬਾਣੀ ਜੀਵ ਨੂੰ ਵਾਹਿਗੁਰੂ ਦੀ ਅੰਸ਼ ਮੰਨਦੀ ਹੈ, ਵੇਦਾਂਤ ਜੀਵ ਨੂੰ ਬ੍ਰਹਮ ਮੰਨਦਾ ਹੈ। ਗੁਰਬਾਣੀ ਜਗਤ ਦਾ ਕਰਤਾ ਅਕਾਲ ਪੁਰਖ ਨੂੰ ਮੰਨਦੀ ਹੈ। ਵੇਦਾਂਤ ਅਨੁਸਾਰ ਬ੍ਰਹਮ ਤੋਂ ਮਾਇਆ ਦੁਆਰਾ ਈਸ਼ਵਰ ਬਣਿਆ, ਫਿਰ ਈਸ਼ਵਰ ਨੇ ਜਗਤ ਦੀ ਰਚਨਾ ਕੀਤੀ। ਗੁਰਬਾਣੀ ਜਗਤ ਨੂੰ ਕਰਮ ਭੂਮੀ ਮੰਨਦੀ ਹੈ, ਵੇਦਾਂਤ ਮਾਇਆ ਦੀ ਭ੍ਰਾਂਤੀ ਮੰਨਦਾ ਹੈ। ਗੁਰਬਾਣੀ ਨਿਮਰਤਾ ਪੈਦਾ ਕਰਦੀ ਹੈ, ਵੇਦਾਂਤ ਹਉਮੈ ਪੈਦਾ ਕਰਦਾ ਹੈ। ਇਸ ਤਰ੍ਹਾਂ ਉਹਨਾਂ ਦੀ ਵਿਆਖਿਆ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹ ਸਿੱਖ ਧਰਮ ਦੇ ਨਿਆਰੇਪਣ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਨ।
ਨਿਰਮਲੇ ਵਿਦਵਾਨਾਂ ਦੁਆਰਾ ਕੀਤੀ ਵਿਆਖਿਆ ਵਿੱਚ ਵਿਦਾਂਤਕ ਪ੍ਰਭਾਵ ਵੇਖਣ ਨੂੰ ਮਿਲਦਾ ਹੈ, ਪਰ ਗਿਆਨੀ ਜੀ ਨਿਰਮਲੇ ਵਿਦਵਾਨ ਹੋ ਕੇ ਵੀ ਸਿੱਖ ਸਿਧਾਂਤਾਂ ਦੇ ਨਿਆਰੇ ਪੁਰਾਣਾਂ ਨੂੰ ਪੂਰੀ ਦ੍ਰਿੜਤਾ ਨਾਲ ਉਜਾਗਰ ਕਰਦੇ ਨਜ਼ਰ ਆਉਂਦੇ ਹਨ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਤੇ ਸਿੰਘ ਸਭਾ ਲਹਿਰ ਦਾ ਪ੍ਰਭਾਵ ਸੀ। ਉਹ ਕਾਫੀ ਸਮਾਂ ਪੰਚ ਖਾਲਸਾ ਦੀਵਾਨ ਵਸੌੜ ਨਾਲ ਜੁੜੇ ਰਹੇ। ਪੰਚ ਖਾਲਸਾ ਦੀਵਾਨ ਦਾ ਉਦੇਸ਼ ਗੁਰਮਤਿ ਪ੍ਰਚਾਰ ਕਰਨਾ ਸੀ। ਗਿਆਨੀ ਜੀ ਨੇ ਸਾਰਾ ਕੰਮ ਗੁਰਮੁਖੀ ਵਿੱਚ ਕੀਤਾ ਹੈ। ਕੁਝ ਕੁ ਕੰਮ ਹਿੰਦੀ ਵਿੱਚ ਵੀ ਮਿਲਦਾ ਹੈ। ਉਹਨਾਂ ਦੀ ਬੋਲੀ ਸ਼ੈਲੀ ਉੱਤੇ ਭਾਵੇਂ ਮੂਲ ਰੂਪ ਵਿੱਚ ਪੰਜਾਬੀ ਰੰਗ ਹੀ ਹੈ, ਪਰ ਪੁਰਾਤਨ ਸ਼ਾਸਤਰਾਂ ਦੇ ਮਾਹਿਰ ਹੋਣ ਕਾਰਨ ਉਹਨਾਂ ਦੀ ਬੋਲੀ ਸ਼ੈਲੀ ਉੱਤੇ ਥੋੜ੍ਹਾ ਸ਼ਾਸਤਰੀ ਰੰਗ ਵੀ ਮਿਲਦਾ ਹੈ। ਜਿਵੇਂ ਉਹਨਾਂ ਦੁਆਰਾ ਵਰਤੀ ਸ਼ਬਦਾਵਲੀ ਦੇਖੀ ਜਾ ਸਕਦੀ ਹੈ, ਜਿਵੇਂ ਆਵਰਭਾਵ, ਅਨਿਰਵਚਨੀय, ਸਰਬਗ, ਸਤੋਤਰੀय, ਪਿਪਾਸਾ, ਸਰਬਮਾਨਿਆ, ਅਧਿਆਸ, ਅਨੁਰਿੱਧ, ਅਨੁਗ੍ਰਹਿ, ਅਪੂਰਵ ਆਦਿ। ਗਿਆਨੀ ਜੀ ਨੇ ਆਪਣੀ ਗੱਲ ਨੂੰ ਸਰਲ ਅਤੇ ਕਲਾ ਸ਼ੈਲੀ ਵਿੱਚ ਪੇਸ਼ ਕੀਤਾ ਹੈ। ਉਹ ਹਰੇਕ ਗੱਲ ਦਾ ਤੱਥ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ, ਬਲਕਿ ਬਹੁਤ ਕੁਝ ਪਰੰਪਰਾ ਦੇ ਆਧਾਰ 'ਤੇ ਵੀ ਪੇਸ਼ ਕਰਦੇ ਹਨ। ਪਰੰਪਰਾ ਭਾਰੂ ਹੋਣ ਕਾਰਨ ਉਹਨਾਂ ਦੀਆਂ ਲਿਖਤਾਂ ਵਿੱਚ ਲੋਕ ਮੁਹਾਵਰੇ ਅਤੇ ਲੋਕ ਸ਼ੈਲੀ ਵਾਲਾ ਰੰਗ ਮਿਲਦਾ ਹੈ। ਇਸ ਤਰ੍ਹਾਂ ਸਪਸ਼ਟ ਹੈ ਕਿ ਗਿਆਨੀ ਜੀ ਨੇ ਆਪਣੀਆਂ ਸਿਰਜਣਾਵਾਂ ਰਾਹੀਂ ਸਿੱਖ ਸਾਹਿਤ ਵਿੱਚ ਯੋਗਦਾਨ ਪਾਇਆ। ਗਿਆਨੀ ਜੀ ਨੇ ਭਾਵੇਂ ਰਸਮੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਅਤੇ ਨਾ ਹੀ ਉਹ ਰਸਮੀ ਤੌਰ 'ਤੇ ਅਕਾਦਮਿਕ ਖੇਤਰ ਨਾਲ ਜੁੜੇ ਹੋਏ ਸਨ। ਉਹ ਮਾਲਵੇ ਦੇ ਪਿੰਡ ਵਿੱਚ ਖੇਤੀ ਕਿੱਤੇ ਨਾਲ ਜੁੜੇ ਸਧਾਰਨ ਕਿਸਾਨ ਪਰਿਵਾਰ ਵਿੱਚੋਂ ਸਨ, ਜੋ ਕਿਰਤ ਕਰਦੇ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਾਹਿਤਕ ਕਾਰਜ ਵਿੱਚ ਜੁਟੇ ਰਹੇ। ਜਿਸ ਸਮੇਂ ਗਿਆਨੀ ਜੀ ਨੇ ਨਿਰਮਲ ਭੇਖ ਦਾ ਇਤਿਹਾਸ ਲਿਖਣਾ ਆਰੰਭ ਕੀਤਾ, ਉਸ ਸਮੇਂ ਅੱਜ ਕੱਲ੍ਹ ਵਾਂਗ ਸੁੱਖ ਸੁਵਿਧਾਵਾਂ ਵੀ ਨਹੀਂ ਸਨ। ਉਹਨਾਂ ਨੇ ਲੰਮੇ ਸਫ਼ਰ ਕੀਤੇ, ਅਨੇਕਾਂ ਮੌਸਮ ਆਪਣੇ 'ਤੇ ਝੱਲਦੇ ਹੋਏ ਪੂਰੀ ਦ੍ਰਿੜਤਾ ਅਤੇ ਸਥਿਰਤਾ ਨਾਲ ਆਪਣੇ ਕਾਰਜ ਵਿੱਚ ਜੁਟੇ ਰਹੇ। ਗਿਆਨੀ ਜੀ ਦੀ ਵਿਸ਼ੇਸ਼ਤਾ ਸੀ ਕਿ ਉਹਨਾਂ ਨੇ ਸਾਹਿਤਕ ਕਾਰਜ ਕਿਸੇ ਲੋਭ ਲਾਲਚ ਲਈ ਨਹੀਂ ਕੀਤਾ, ਸਗੋਂ ਸੇਵਾ ਭਾਵਨਾ ਨਾਲ ਨਿਸ਼ਕਾਮ ਕਾਰਜ ਕਰਦੇ ਰਹੇ। ਵੱਖ-ਵੱਖ ਸੰਸਥਾਵਾਂ ਵਿੱਚ ਵੀ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ। ਉਹ ਵਿਦਵਾਨ ਹੁੰਦੇ ਹੋਏ ਵੀ ਨਿਮਰਤਾ ਦੇ ਧਾਰਨੀ ਸਨ। ਉਹਨਾਂ ਨੇ ਸਾਰਾ ਜੀਵਨ ਸਾਦਗੀ ਨਾਲ ਬਤੀਤ ਕੀਤਾ, ਬਹੁਤੇ ਐਸ਼ੋ ਆਰਾਮ ਨੂੰ ਤਰਜੀਹ ਨਾ ਦਿੱਤੀ। ਉਹਨਾਂ ਦਾ ਖਾਣ ਪੀਣ, ਰਹਿਣ ਸਹਿਣ ਸਾਦਗੀ ਭਰਪੂਰ ਸੀ। ਗਿਆਨੀ ਜੀ ਸਿੰਘ ਸਭਾ ਲਹਿਰ ਅਤੇ ਨਿਰਮਲ ਸੰਪਰਦਾਇ ਵਿੱਚ ਇੱਕ ਕੜੀ ਸਨ, ਜਿਸ ਕਰਕੇ ਉਹ ਭਾਵੇਂ ਨਿਰਮਲੇ ਵਿਦਵਾਨ ਸਨ, ਪਰ ਉਹਨਾਂ ਦੀਆਂ ਰਚਨਾਵਾਂ ਗੁਰ ਆਸ਼ੇ ਦੇ ਅਨੁਸਾਰੀ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗਿਆਨੀ ਜੀ ਦਾ ਸਿੱਖ ਸਾਹਿਤ ਵਿੱਚ ਉਲੇਖਯੋਗ ਸਥਾਨ ਹੈ। ਧੰਨਵਾਦ।